मैं कहना मैं कांगड़ जिन्ना मर्जी जोर ला ला तेरा ओवर ब्रिज नहीं बनता जिन्ना मर्जी जोर ला ਹੁਣ ਤੈਨੂੰ ਸਾਡਾ ਚੈਲੰਜ ਹੈ ਜੇ ਤੇਰੀ ਤਾਕਤ ਹੈ ਤੂੰ ਬਣਾ ਕੇ ਖਾ ਤੇ ਸਾਡੇ ਤਾਕਤ ਕੋਈ ਨਹੀਂ ਬਣ ਦਾਂਗੇ ਨਾਲੇ ਜੋਰ ਜਿੰਨਾ ਲੱਗਦਾ ਨਹੀਂ ਬਣੇਗਾ ਪੂਰਾ ਵਿਸ਼ਵਾਸ ਦਿਵਾਉਂਦੇ ਆ ਮਹੀਨੇ 3 ਰਹਿ ਗਏ ਜਿੰਨੇ ਮਰਜ਼ੀ ਕਬਜ਼ੇ ਕਰ ਲੈਣ ਉਹ ਸਾਰੇ ਕਬਜ਼ੇ ਇਹਨਾਂ ਨੂੰ ਛੱਡਣੇ ਪੈਣਗੇ ਕੋਈ ਲਿਓ ਨਾ ਉਹ ਚੀਜ਼ਾਂ ਰੌਲੇ ਵਾਲੀਆਂ ਚੀਜ਼ਾਂ ਉਹ ਲਿਓ ਨਾ ਕੋਈ ਫਿਰ ਕੱਲ ਨੂੰ ਆਖੋਗੇ ਵੀ ਅਸੀਂ ਲੈ ਬੈਠੇ ਸਾਨੂੰ ਪਤਾ ਨਹੀਂ ਸੀ ਬਿਲਕੁਲ ਨਾ ਲਿਓ ਉਹ ਚੀਜ਼ਾਂ ਇਹਨਾਂ ਨੂੰ ਛੱਡਣੀਆਂ ਪੈਣਗੀਆਂ ਜੁੱਤੀਆਂ ਮਾਰ ਕੇ ਇਹਨਾਂ ਕਾਂਗਰਸੀਆਂ ਤੋਂ ਛੁਡਾਵਾਂਗੇ ਸਾਰੇ ਇਹਨਾਂ ਦਾ ਨਜਾਇਜ਼ ਕਬਜ਼ਾ ਕੀਤਾ ਭਾਵੇਂ ਦੁਕਾਨ ਤੇ ਕੀਤਾ ਭਾਵੇਂ ਸਰਕਾਰੀ ਥਾਂ ਤੇ ਕੀਤਾ ਭਾਵੇਂ ਪ੍ਰਾਈਵੇਟ ਤੇ ਕੀਤਾ ਭਾਵੇਂ ਕਿਸੇ ਦੀ ਜਗ੍ਹਾ ਤੇ ਕੀਤਾ ਉਹ ਛੱਡਣੇ ਪੈਣਗੇ ਸਾਰੇ ਨਹੀਂ ਰਹਿਣ ਦਾਂਗੇ ਇਹਨਾਂ ਤੇ ਪਰਚੇ ਵੀ ਦੇਵਾਂਗੇ ਇਹਨਾਂ ਨੂੰ ਅੰਦਰ ਵੀ ਦੇਵਾਂਗੇ ਗਲਤ ਕਬਜ਼ੇ ਕਰਨ ਤੇ ਨਾਲ ਨਾਲ ਇਹਨਾਂ ਤੋਂ ਜਗ੍ਹਾ ਵੀ ਛੁਡਾਵਾਂਗੇ ਫਿਰ ਵੀ ਤੁਸੀਂ ਧਿਆਨ 'ਚ ਰੱਖ ਲਿਓ ਹੁਣ ਤੋਂ ਕੰਮ 6 ਮਹੀਨੇ ਕਰਨਾ ਪੈਣਾ ਜੇ ਨਹੀਂ ਕੰਮ ਕਰੋਗੇ ਤੁਹਾਡੀ ਮਰਜ਼ੀ ਹੈ ਕੰਮ ਤੁਹਾਡੇ ਕਰਾਂਗੇ ਫਿਰ ਜਿੰਨੀ ਕਿ ਤੁਸੀਂ ਵੋਟ ਪਾ ਦੇਗੇ ਉਹਨੇ ਕੀ ਕੰਮ ਤੁਹਾਡੇ ਕਰੀ ਚੱਲਾਂਗੇ ਕੰਮ ਕੋਈ ਕਰਾਈ ਚੱਲੋ ਕੋਈ ਕਰਾਓ ਜੇ ਲੀਡਰੀਆਂ ਲੈਣੀਆਂ ਟੌਰ ਵਾਲੀ ਗੱਲ ਕਰਨੀ ਹੈ ਫਿਰ ਦੱਬ ਕੇ ਕੰਮ ਫਿਰ ਹੁਣ 6 ਮਹੀਨੇ ਜ਼ੋਰ ਲਾ ਦਿਓ ਬਿਜਲੀ ਪਾ ਕੇ ਫਿਰ ਉਹ ਜੀ ਗੱਲ ਤੁਹਾਡੀ ਚੱਲੇਗੀ ਸੋ ਮੈਂ ਤੋਂ ਪਹਿਲਾਂ ਸਿੰਗਲਾ ਸਾਹਿਬ ਨੇ ਵੀ ਦੱਸਤਾ ਸਾਨੂੰ ਜੌੜਾ ਸਾਹਿਬ ਨੇ ਤਾਂ ਡਿਟੇਲ ਨਾਲ ਮਿਲਦਾ ਇੱਕ ਗੱਲ ਛੱਡੀ ਨਹੀਂ ਸਾਰ ਗਈ ਦੱਸ ਹੀ ਦਿੱਤੀਆਂ ਜਿਹੜੇ ਪ੍ਰਧਾਨ ਜੀ ਨੇ 13 ਪ੍ਰੋਗਰਾਮ ਉਲੀਕੇ ਨੇ ਅਸੀਂ ਕਦੇ ਵੀ ਪ੍ਰੋਗਰਾਮ ਨਹੀਂ ਉਲੀਕਦੇ ਹੁੰਦੇ ਇਹੋ ਜਿਹੇ ਕਿ ਜਿਹੜੇ ਨਾ ਕਰਨੇ ਹੋਣ ਜਦੋਂ ਬਿਜਲੀ ਟਿਊਬਵੈੱਲਾਂ ਦੀ ਮਾਫ ਕੀਤੀ 1997 'ਚ ਉਸ ਵੇਲੇ ਬੜਾ ਲੋਕ ਕਹਿੰਦੇ ਸੀ ਕਿ ਤਾਂ ਝੂਠ ਬੋਲਦੇ ਆ ਤਾਂ ਹੋ ਨਹੀਂ ਸਕਦਾ ਇਹ ਕਿਵੇਂ ਕਰ ਦੇਣਗੇ ਤਾਂ ਕਿਤੇ ਹੋ ਹੀ ਨਹੀਂ ਸਕਦਾ ਤੇ ਪਹਿਲੀ ਕੈਬਨਿਟ ਦੇ ਵਿੱਚ ਹੀ ਕਰਤਾ ਸੀ ਕੁਛ ਸਾਡੀ ਰਾਏ ਸੀ ਬੰਦਿਆਂ ਦੀ ਉੱਥੇ ਮੀਟਿੰਗ ਦੇ ਵਿੱਚ ਕਿ ਜੀ ਸਾਰੇ ਬਿੱਲ ਨਾ ਮਾਫ ਕਰੋ ਥੋੜਾ ਬਹੁਤਾ ਰਹਿਣ ਦਿਓ ਭਾਵੇਂ 5 ਰੁਪਏ ਰਹਿਣ ਦਿਓ ਮੋਟਰ ਮਗਰ ਜਮ੍ਹਾਂ ਨਾ ਕਰੋ ਤੋਂ ਬਾਅਦ ਸਾਹਿਬ ਕਹਿੰਦੇ ਨਹੀਂ ਹੁਣ ਕਰਨਾ ਤਾਂ ਜਮ੍ਹਾਂ ਹੀ ਕਰਨਾ ਇਹਦੀ ਰਹਿਣ ਨਹੀਂ ਦੇਣੀ ਪੂਰਾ ਦੇ ਵਿੱਚ ਦਿੱਲੀ ਵਿੱਚ ਨਿਬੜ ਦੂਗਾ ਤੇ ਪਿੱਛੇ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਬਿਜਲੀ ਪੂਰੀ ਕਰ ਦਾਂਗੇ ਪੰਜਾਬ 'ਚ ਕੱਟ ਨਹੀਂ ਲੱਗਿਆ ਕਰੂਗਾ ਅਸੀਂ ਸੜਕਾਂ ਇਹੋ ਜਿਹੀਆਂ ਬਣਾ ਦਿਆਂਗੇ ਤੁਸੀਂ ਵੇਖ ਲਿਓ ਭਾਵੇਂ ਪੰਪ ਸੈੱਟ ਤੋਂ ਟੁੱਟਣਗੀਆਂ ਨਹੀਂ ਲੋਕੀ ਕਹਿੰਦੇ ਝੂਠ ਬੋਲਦੇ ਆ ਇਹ ਤਾਂ ਹੋ ਹੀ ਨਹੀਂ ਸਕਦਾ ਕਦੇ ਤੇ ਹੋ ਗਿਆ ਤੁਹਾਡੇ ਸਾਹਮਣੇ ਹੋ ਗਿਆ ਸੜਕਾਂ ਵੀ ਬਣ ਗਈਆਂ ਤੇ ਬਿਜਲੀ ਵੀ ਤੁਸੀਂ ਮੌਜਾਂ ਲਈਆਂ ਜਨਰੇਟਰ ਵੇਚਦੇ ਸੀ ਸਾਰਿਆਂ ਨੇ ਆ ਹੁਣ ਯਾਦ ਕਰਾ ਕੇ ਮੈਂ ਤਾਂ ਕਹਿੰਦਾ ਧੰਨਵਾਦ ਕਰਦਾ ਮੈਂ ਕੈਪਟਨ ਅਮਰਿੰਦਰ ਸਿੰਘ ਦਾ ਇੱਥੇ ਬੈਕ ਤੇ ਖੜ ਕੇ ਜੇ ਆ ਜਿਹੜੇ ਨਾ ਆਉਂਦੇ ਬਿਜਲੀ ਦੇ ਕੱਟਾਂ ਨੇ ਤੁਹਾਨੂੰ ਤਾਂ ਯਾਦ ਹੀ ਨਹੀਂ ਸੀ ਰਹਿਣੀ ਉਹ ਗੱਲ ਵੀ ਜਨਰੇਟਰ ਕਿਵੇਂ ਚੱਲਦੇ ਹੁੰਦੇ ਸੀ ਆ ਜਿਹੜੇ ਕੱਟ ਕੁੱਟ ਜੇ ਲਾ ਕੇ ਉਹਨੇ ਬਾਦਲ ਸਾਹਿਬ ਨੂੰ ਯਾਦ ਕਰਾਤਾ ਪਤਾ ਲੱਗ ਗਿਆ ਲੋਕਾਂ ਨੂੰ ਤੇ ਹਲੇ ਇਹ ਝੂਠੀਆਂ ਗੱਲਾਂ ਕਰਦੇ ਨੇ ਮੈਂ ਫਿਰ ਕਹਿੰਦਾ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਕਿ ਝੂਠੀਆਂ ਗੱਲਾਂ ਕਰਦੇ ਨੇ ਬੜਾ ਪ੍ਰਚਾਰ ਕਰਦੇ ਨੇ ਜੀ ਜਿਹੜੇ ਥਰਮਲ ਪਲਾਂਟ ਲਾਏ ਆ ਇਹ ਗਲਤ ਨੇ ਅਸੀਂ ਕਿਹਾ ਇਹਨਾਂ ਨੂੰ ਚੈਲੰਜ ਕਰਕੇ ਪਹਿਲੀ ਗੱਲ ਤਾਂ ਜੇ ਗਲਤ ਸੀ ਜਿੱਦਾਂ ਤੁਹਾਡੀ ਸਰਕਾਰ ਬਣੀ ਸੀ ਉਦੋਂ ਹੀ ਰੱਦ ਕਰਦੇ ਸਮਝੌਤੇ ਜਿੱਦਾਂ ਤੁਹਾਡੀ ਸਰਕਾਰ ਬਣੀ ਸੀ ਜੇ ਤੁਸੀਂ ਮਰਦ ਸੀ ਤਾਂ ਉਦੋਂ ਹੀ ਸਮਝੌਤੇ ਰੱਦ ਕਰਦੇ 10-10 ਕਰੋੜ ਰੁਪਇਆ ਇਹਨਾਂ ਤੋਂ ਫੜ ਲਿਆ ਤੁਸੀਂ ਉਲਟੇ ਤੁਸੀਂ ਕਹਿੰਦੇ ਆ ਕਿ ਸਮਝੌਤੇ ਗਲਤ ਹੈ ਚਲੋ ਮੰਨ ਲਓ ਗਲਤ ਸੀ ਜੇ ਤੁਸੀਂ ਕਿਤੇ ਖੁਦਾ ਨਾ ਖਾਸਤਾ ਅੱਜ ਵੀ ਇਹਨਾਂ ਨੇ ਕਿਤੇ ਰੱਦ ਕਰਤੇ ਅਸੀਂ ਤੇ ਕਹਿੰਦੇ ਕਰ ਦੇਣ ਪੰਜਾਬ ਦੀ ਹਾਲਤ ਵੇਖੋ ਤੁਸੀਂ ਕੀ ਹੋਊਗੀ ਚੀਕਾਂ ਵੱਜ ਜਾਣਗੀਆਂ ਸਮਝੌਤੇ ਤਾਂ ਰੱਦ ਕਰ ਦੇਣਗੇ ਤੇ ਬਿਜਲੀ ਕਿੱਥੋਂ ਲੈਣਗੇ ਸਾਰੀ ਇੰਡਸਟਰੀ ਖੜ ਜੂਗੀ ਪੰਜਾਬ ਦੀ ਟੋਟਲ ਭੱਜ ਜਾਣਗੇ ਲੋਕ ਜਦੋਂ ਚੱਲੀ ਨਾ ਇੰਡਸਟਰੀ ਦੇ ਜਿਹੜੇ ਬਾਹਰੋਂ ਬੰਦੇ ਹੋਈ ਭੱਜ ਜਾਣਗੇ ਸਾਰਾ ਟੈਕਸ ਆਉਣਾ ਵੱਧ ਹੋ ਜੂ ਸਟੇਟ ਨੂੰ ਤੇ ਬਿਜਲੀ ਲੈਣਗੇ ਕਿੱਥੋਂ ਮੈਂ ਵੀ ਚੈਲੰਜ ਕਰਦਾ ਕਾਂਗਰਸੀਆਂ ਨੂੰ ਲੋਕਾਂ ਨੂੰ ਮੂਰਖ ਬਣਾਉਂਦੇ ਨੇ ਝੂਠ ਬੋਲਦੇ ਨੇ ਕਿ ਬਿਜਲੀ ਮਹਿੰਗੀ ਲਈ ਹੈ ਇੱਥੋਂ ਸਾਰੇ ਹਿੰਦੁਸਤਾਨ 'ਚ ਪ੍ਰਾਈਵੇਟ ਥਰਮਲ ਪਲਾਂਟ ਲੱਗੇ ਹੋਏ ਨੇ ਗੁਜਰਾਤ 'ਚ ਵੀ ਲੱਗੇ ਨੇ ਯੂਪੀ 'ਚ ਵੀ ਲੱਗੇ ਨੇ ਦਿੱਲੀ ਵੀ ਲੱਗੇ ਨੇ ਹਰ ਸੂਬੇ 'ਚ ਲੱਗੇ ਨੇ ਥਰਮਲ ਪਲਾਂਟ ਪ੍ਰਾਈਵੇਟ ਸਾਰੇ ਹਿੰਦੁਸਤਾਨ ਨੂੰ ਸਸਤੀ ਪੰਜਾਬ ਦੇ ਥਰਮਲ ਪਲਾਂਟਾਂ ਦੀ ਬਿਜਲੀ ਹੈ ਮੇਰਾ ਚੈਲੰਜ ਹੈ ਕਾਂਗਰਸੀਆਂ ਨੂੰ ਇਹ ਗੱਲ ਮੇਰੀ ਝੂਠੀ ਸਾਬਤ ਕਰਕੇ ਦਿਖਾਓ ਮੇਰਾ ਚੈਲੰਜ ਹੈ ਤੁਸੀਂ ਬਿਜਲੀ ਲੈਂਦੇ ਥਰਮਲਾਂ ਤੋਂ 2 ਰੁਪਏ 95 ਪੈਸੇ 2 ਰੁਪਏ 90 ਪੈਸੇ 3 ਰੁਪਏ 10 ਪੈਸੇ ਤੇ ਵੇਚਦੇ ਆ ਲੋਕਾਂ ਨੂੰ 10 ਰੁਪਏ ਠੱਗੀ ਤਾਂ ਤੁਸੀਂ ਮਾਰਦੇ ਆ ਸਰਕਾਰ ਕਹਿੰਦੇ ਆ ਥਰਮਲਾਂ ਦੀ ਬਿਜਲੀ ਮਹਿੰਗੀ ਹੈ ਝੂਠ ਤੁਸੀਂ ਬੋਲਦੇ ਆ ਜਿਹੜੇ ਸਰਕਾਰੀ ਥਰਮਲ ਪਲਾਂਟ ਹੈ ਉਹਨਾਂ ਦੀ ਬਿਜਲੀ ਵੀ 4.5 ਰੁਪਏ ਪੈਂਦੀ ਆ ਆਪਾਂ ਅੱਜ ਜੋੜ ਲਾ ਲਓ ਪੁੱਛ ਲਓ ਕਿਸੇ ਤੋਂ ਵੀ ਬਿਜਲੀ ਵਾਲਾ ਤੋਂ ਪੁੱਛ ਲਓ ਉਹਨਾਂ ਦੀ 4.5 ਰੁਪਏ ਪੈਂਦੀ ਹੈ ਪਰ ਉਹ ਵੀ ਚੱਲਣੇ ਆ ਉਹਨਾਂ ਨੂੰ ਵੀ ਬੰਦ ਕਰ ਦਿੰਦੇ ਆ ਤੇ ਬਾਹਰੋਂ ਪਿੱਛੇ ਜੇ ਲੈਣੀ ਪੈ ਗਈ ਫਿਰ ਬਚ ਗਿਆ ਸੀ ਨਾ ਚੀਕਾ ਹੁਣ 13 ਰੁਪਏ ਯੂਨਿਟ ਲਈ ਸੀ ਬਾਹਰੋਂ ਕਿਹੜੀ ਹੁਣ ਲਈ ਸੀ ਪਿੱਛੇ ਕਹਿੰਦੇ ਬਾਹਰੋਂ ਲੈ ਲਾਂਗੇ ਸਸਤੀ 13 ਰੁਪਏ
ਸੋ ਇਸ ਕਰਕੇ ਨਹੀਂ ਚੱਲਦੀ ਗੱਡੀ ਇਸ ਗੱਲ ਬਿਨਾਂ ਕਰਕੇ ਦੇਖ ਲੈਣਾ ਸੀ, ਲੇਕਿਨ ਕਰਦੇ ਨੇ ਸਗੋਂ ਦੇ ਕਰ ਦੇਣੇ ਚਾਹੀਦੇ ਸੀਗੇ। ਇੰਨਾ ਜੇ ਲੇਟ ਕਿਉਂ ਕੀਤਾ, ਨਹੀਂ ਪਤਾ ਲੱਗ ਜਾਂਦਾ ਹਾਲਤ ਕੀ ਹੁੰਦੀ ਪੰਜਾਬ ਦੀ, ਬਹੁਤ ਬੁਰੀ ਹਾਲਤ ਹੋ ਜਾਣੀ ਸੀ। ਸੋ ਇਹ ਹਰ ਵੇਲੇ ਝੂਠ ਬੋਲਦੇ ਆ, ਗਲਤ ਗੱਲਾਂ ਕਰਦੇ ਆ, ਜਿਵੇਂ ਬੇਅਦਬੀ ਕਰਕੇ ਲੋਕਾਂ ਨੂੰ ਮੂਰਖ ਬਣਾਇਆ, ਉਵੇਂ ਜੇ ਕਿ ਸਰਵਰਾਂ ਦੇ ਸਮਝੌਤੇ ਗਲਤ ਕਰਕੇ। ਸੋ ਝੂਠ ਬੋਲਣ ਦੀ ਇਹਨਾਂ ਨੂੰ ਭੁੱਲੀ ਜਾਓ, ਇਹਨਾਂ ਦੀ ਆਦਤ ਬਣੀ ਹੈ ਕਾਂਗਰਸ ਵੀ ਬੋਲੀ ਜਾਓ, ਕੁਛ ਤਾਂ ਸੱਚ ਲੋਕ ਮੰਨ ਲੈਣਗੇ, ਬੋਲੀ ਚਲੋ ਝੂਠ। ਜਿਵੇਂ ਜੀ ਕੀ ਆ ਨਵੇਂ ਆ ਗਏ ਟੋਪੀਆਂ ਵਾਲੇ, ਇਹਨਾਂ ਦੇ ਵੀ ਗੁਰੂ ਨੇ, ਇਹ ਜ਼ਿਆਦਾ ਹੀ ਝੂਠ ਬੋਲਦੇ ਨੇ, ਤਾਂ ਕੰਮ ਹੀ ਕੋਈ ਨਹੀਂ ਝੂਠ ਬੋਲਣ ਤੋਂ ਸਿਵਾਏ। ਹੁਣ ਬਿਜਲੀ ਦਿੱਲੀ 'ਚ ਇਹਨਾਂ ਨੇ ਕਹਿੰਦੇ ਜੀ ਆਪਣੇ ਵੀ 2 ਰੁਪਏ 200 ਯੂਨਿਟ ਮਾਫ ਆ ਮਹੀਨੇ ਦੀ, ਆਪਣੇ ਬਿੱਲ ਆਉਂਦਾ 2 ਮਹੀਨਿਆਂ ਤੋਂ 400 ਯੂਨਿਟ ਮਾਫ ਹੈ। ਜੇ 401 ਹੋ ਜਾਏ ਤਾਂ 1 ਯੂਨਿਟ ਦਾ ਆਪਾਂ ਬਿੱਲ ਲੈਂਦੇ ਹਾਂ, 400 ਦਾ ਨਹੀਂ ਲੈਂਦੇ। ਦਿੱਲੀ ਦੇ ਵਿੱਚ 200 ਯੂਨਿਟ ਮਾਫ ਆ ਮਹੀਨੇ ਤੋਂ ਬਿੱਲ ਆਉਂਦਾ ਹੈ, ਤੇ ਜੇ 201 ਹੋ ਜਾਏ ਤਾਂ ਉਹਦੀ ਲੈਂਦੇ ਆ, ਫਿਰ 201 ਦਾ ਹੀ ਲੈ ਰਹੇ, ਬਿੱਲ ਨਹੀਂ ਮਾਫ ਕਰਦੇ। ਇਹੀ ਗੱਲ ਦਿੱਲੀ ਉੱਥੇ ਪ੍ਰੈਸ 'ਚ ਕੇਜਰੀਵਾਲ ਬੋਲੇ, ਮੈਂ ਪ੍ਰੈਸ ਵਾਲੇ ਕੋਲ ਪਹਿਲਾਂ ਮੇਰੇ ਕੋਲ ਇੰਟਰਵਿਊ ਲੈਣ ਆਏ ਸੀ, ਮੈਂ ਸਿਖਾ ਕੇ ਭੇਜਦੇ ਸੀ 3-4। ਮੈਂ ਕਿਹਾ ਸਵਾਲ ਆ ਜ਼ਰੂਰ ਪੁੱਛਣਾ ਕੇਜਰੀਵਾਲ ਤੋਂ ਵੀ ਜੇ 301 ਹੋ ਗਈ ਫਿਰ 301 ਦਾ ਲਾਉਂਗੇ ਕਿ 1 ਦਾ ਲਾਉਂਗੇ। ਉਹਨਾਂ ਨੇ ਉਹੀ ਸਵਾਲ ਕਰਤਾ ਕੇਜਰੀਵਾਲ ਨੂੰ, ਕਹਿੰਦਾ 301 ਦਾ ਹੀ ਲਵਾਂਗੇ, ਫਿਰ ਤਾਂ ਸਾਰੀਆਂ ਦਾ ਹੀ ਲਵਾਂਗੇ ਜੇ 301 ਹੋ ਗਈ। ਉਹ ਬਥੇਰਾ ਭਗਵੰਤ ਮਾਨ ਉਚਾਈਆਂ ਮਾਰੇ ਮੈਨੂੰ ਕਹਿੰਦੇ, ਉਹ ਕਹਿੰਦਾ ਨਾ 301 ਦਾ ਹੀ ਲਵਾਂਗੇ। ਸੋ ਉਹਨਾਂ ਦਾ ਤਾਂ 301 ਤਾਂ ਹੋ ਹੀ ਜਾਣੀ ਹੈ, ਹਰੇਕ ਦੀ ਹੋ ਜਾਂਦੀ ਹੈ, ਤੇ ਬਿੱਲ ਬਾਕੀ ਨੂੰ ਕਰਨੇ ਨੇ। ਆਪਣੇ ਵਾਲੀ ਵੀ 200 ਜਾਣੀ ਸੀ, ਹੁਣ ਤਾਂ ਚਲੋ ਪ੍ਰਧਾਨ ਜੀ ਨੇ 400 ਕਰਤੀ, 800 ਹੋ ਗਈ ਮਹੀਨੇ ਦੀ, ਘੱਟੋ ਘੱਟ 4000 ਦਾ ਫਾਇਦਾ ਹੋਏਗਾ ਹਰ ਮਹੀਨੇ ਦੇ, ਤੇ ਕਰ ਵੀ ਸਾਰਿਆਂ ਦੀ ਦਿੱਤੀ। ਹੁਣ ਉਹ ਮੁਕਾਤੀ ਗੱਲ ਵੀ ਇਹਦੀ ਹੈ ਗਰੀਬ ਦੀ ਅਮੀਰ ਦੀ, ਉਹ ਜਦ ਵੀ ਮੁਕਾਤਾ ਸਾਰਿਆਂ ਨੂੰ ਹੀ ਕਰਦੀ। ਇੰਡਸਟਰੀ ਨੂੰ 5 ਰੁਪਏ ਜ਼ਰੂਰ, ਬਾਕੀ ਸਾਰਿਆਂ ਦੀ 400 ਰੁਪਏ 400 ਜ਼ਰੂਰ ਮਹੀਨੇ ਦੀ ਲਾਭ ਹੋਏਗੀ। ਬਾਕੀ ਵੀ ਜਿਹੜੀਆਂ ਰੇਟਾਂ ਦੱਸੀਆਂ ਉਹ ਸਾਰੀਆਂ ਹੋਣਗੀਆਂ। ਸੋ ਤੁਹਾਨੂੰ ਬੇਨਤੀ ਹੈ ਕਿ ਲੋਕੀ ਆਪ ਝੂਠ ਬੋਲਦੇ ਆ। ਅਸੀਂ ਉਦੋਂ ਵੀ ਸਾਰੀ ਸਟੱਡੀ ਕੀਤੀ ਸੀ, ਹੁਣ ਵੀ ਆ ਜਿਹੜੇ ਐਲਾਨ ਕੀਤੇ ਆ 13 ਸਰਦਾਰ ਸੁਖਬੀਰ ਸਿੰਘ ਬਾਦਲ ਨੇ, ਇਹਦੇ ਤੇ ਵੀ ਅਸੀਂ 15 ਦਿਨ ਲਾਏ ਆ ਸਟੱਡੀ ਕਰਦੇ ਵੀ ਆਪਾਂ ਕਰ ਸਕਦੇ ਕਿ ਨਹੀਂ ਕਰ ਸਕਦੇ। ਫੈਸਲਾ ਪਾਰਟੀ ਦਾ ਇਹ ਸੀ ਕਿ ਉਹੀ ਲੋਕਾਂ ਨਾਲ ਵਾਅਦੇ ਕਰਨੇ ਆ ਜਿਹੜੇ ਕਰਨੇ ਆ, ਤੇ ਜਿਹੜੇ ਨਹੀਂ ਕਰ ਸਕਦੇ ਉਹ ਵਾਅਦੇ ਹੀ ਨਹੀਂ ਕਰਨੇ ਲੋਕਾਂ, ਤਾਂ ਕਿ ਮੁੜ ਕੇ ਲੋਕਾਂ ਨਾਲ ਫਿਰ ਡਾਂਗਾਂ ਲਈ ਫਿਰਨ ਆਪਣੇ ਮਗਰ ਲੋਕ, ਜਿਵੇਂ ਹੁਣ ਅਮਰਿੰਦਰ ਦੇ ਮਗਰ ਫਿਰਦੇ ਡਾਂਗਾਂ ਲਈ ਲੋਕ। ਸੋ ਉਹੀ ਵਾਅਦੇ ਕਰਨੇ। ਫੈਸਲੇ ਪਾਰਟੀ ਨੇ 15 ਦਿਨ ਲਾਏ ਇਸ ਗੱਲ ਤੇ, ਜਿੱਥੇ ਆ ਕੇ ਗੱਲ ਸਮਝ 'ਚ ਆ ਗਈ ਕਿ ਆਹ ਕੰਮ ਹੋ ਸਕਦੇ ਨੇ, ਇਹ ਰੈਂਟਾਂ ਲੋਕਾਂ ਨੂੰ ਦੇ ਸਕਦੇ ਅਸੀਂ, ਤਾਂ ਐਲਾਨ ਕੀਤੇ ਪ੍ਰਧਾਨ ਜੀ ਨੇ, ਨਹੀਂ ਐਲਾਨ ਪਹਿਲਾਂ ਵੀ ਕਰ ਸਕਦੇ ਸੀ ਆਪਾਂ। ਸੋ ਇਹ ਜਿਹੜੀਆਂ ਗੱਲਾਂ ਕੀਤੀਆਂ ਇਹ ਤੁਹਾਡੇ ਨਾਲ ਜਿਵੇਂ ਮਰਜ਼ੀ ਕਰੀਏ ਇਹ ਗੱਲਾਂ ਕਰਾਂਗੇ, ਨਾਲੇ ਉਹਨਾਂ ਵਾਂਗੂ ਨਹੀਂ ਕਿ ਜਿਵੇਂ ਹੁਣ ਸਰਕਾਰ ਦੇ ਤਾਂ ਰਹਿ ਗਏ 3 ਮਹੀਨੇ, ਹੁਣ ਲੱਗਿਆ ਜੀ ਕਿਸੇ ਨੂੰ ਅਸੀਂ ਨੌਕਰੀ ਦੇਵਾਂਗੇ ਜੀ, ਕਿਸੇ ਦਾ ਕੁਛ ਕਰਨ ਲੱਗਿਆ ਜੀ, ਕਿਸੇ ਦਾ ਕੁਛ ਕਰਨ ਲੱਗਿਆ। ਹੁਣ ਡਰਾਮੇ ਜੇ ਕਰਨ ਲੱਗਿਆ, ਸਿਰੇ ਚੜੇਗੀ ਨਹੀਂ ਚੜੇਗੀ ਹਲੇ ਕੁਛ ਕਹਿ ਨਹੀਂ ਸਕਦੇ। ਜਿਹੜੇ 5 ਸਾਲ ਉਹੀ ਟਪਾਤੇ, ਗੁਟਕਾ ਸਾਹਿਬ ਦੀ ਸਹੁੰ ਖਾਲੀ ਸਾਰਾ ਕਰਜ਼ਾ ਮਾਫ, ਤੇ ਤੁਸੀਂ ਵੀ ਤਾੜੀਆਂ ਮਾਰਦੀਆਂ ਮਗਰੀ। ਗੁਟਕਾ ਸਾਹਿਬ ਦੀ ਸਹੁੰ ਖਾਲੀ ਘਰ ਨੌਕਰੀ, ਤੁਸੀਂ ਵੀ ਤਾੜੀਆਂ ਮਾਰਦੀਆਂ। ਭਲੇ ਮਾਨਸੋ ਜੇ ਮੈਂ ਬੋਲੀ ਜਾਂਦਾ, ਹੁਣ ਜੇ ਤੁਹਾਡੇ ਮਨ 'ਚ ਕੋਈ ਸ਼ੰਕਿਆ ਹੈ ਤੁਸੀਂ ਖੜੇ ਹੋ ਕੇ ਪੁੱਛੋ ਮੈਨੂੰ, ਵਿਆਹ ਕਿਵੇਂ ਹੋਊਗੀ ਜੀ ਤੁਸੀਂ ਦੱਸੋ, ਮੈਂ ਦੱਸੂਗਾ। ਤੇ ਤੁਸੀਂ ਉਹੀ ਤਾੜੀਆਂ ਮਾਰੀ ਜਾਓ, ਪੁੱਛੋ ਹੀ ਨਾ, ਤੇ ਫਿਰ ਇਹ ਤਾਂ ਤੁਹਾਡਾ ਵੀ ਗਲਤੀ ਹੈ ਨਾ। ਐਡਾ ਵੱਡਾ ਝੂਠ। ਨੌਕਰੀ ਪੰਜਾਬ ਸਰਕਾਰ ਦੀ ਸਾਰੀ 5 ਲੱਖ ਹੈ, ਟੋਟਲ 5 ਲੱਖ ਮੁਲਾਜ਼ਮ ਹੈ ਸਰਕਾਰ ਦਾ। ਭੁਲੇਖੇ 'ਚ ਨਾ ਰਹੋ ਕਿ ਕੋਈ 20-30 ਲੱਖ ਹੋਊ ਤੁਹਾਡੇ ਜਿੱਤੇ ਚੈੱਕ ਤੇ, ਸਿਰਫ 5 ਲੱਖ ਹੈ। ਤੇ ਪਰਿਵਾਰ ਹੈ ਪੰਜਾਬ ਦਾ 55 ਲੱਖ, ਘਰ ਨੌਕਰੀ ਦਾ ਮਤਲਬ 55 ਲੱਖ ਨੌਕਰੀ 5 ਲੱਖ ਹੈ। 55 ਕਿੱਥੇ ਜਾਊਗੇ ਫਿਰ, ਕਿੱਥੇ ਛੱਡ ਕੇ ਆਉਂਗੇ? ਨਹੀਂ, ਸਾਰਾ ਕਰਜ਼ਾ ਤਾਂ 92,000 ਕਰੋੜ ਹੈ। ਸਰਕਾਰ ਦੀ ਆਮਦਨ ਸਾਰੀ ਯੋਜਨਾ ਜਿਹੜੀ ਸਾਲ ਦੀ ਉਹ 32-33,000 ਕਰੋੜ ਹੈ। ਕਿਵੇਂ ਮਾਫ ਹੋ ਜੂਗਾ ਸਾਰਾ ਕਰਜ਼ਾ? ਇਹ ਵੀ ਮਾਰਦੀਆਂ ਤਾੜੀਆਂ ਮਗਰੀ ਉਹ ਚੱਕਦੇ। ਇਹਦਾ ਕੰਮ ਕਰਿਆ ਕਰੋ। ਜਿਹੜਾ ਵੀ ਕੋਈ ਲੀਡਰ ਬੋਲ ਕੇ ਗਲਤ ਨਾਰਾ ਲਾਉਂਦਾ, ਗਲਤ ਗੱਲ ਕਰਦਾ, ਗਲਤ ਨਾਰਾ ਲਾਉਂਦਾ, ਖੜੇ ਹੋ ਕੇ ਸਵਾਲ ਕਰਕੇ ਪੁੱਛਿਆ ਕਰੋ ਕਿ ਸਾਨੂੰ ਸਮਝਾਓ ਇਹ ਕਰੋਗੇ ਕਿਵੇਂ। ਤੇ ਫਿਰ ਉੱਥੇ ਬੰਦਾ ਵੀ ਜਾਂਦਾ ਵੀ ਕਿਵੇਂ ਕਰਾਂਗੇ, ਦੱਸੂਗਾ ਕਿਵੇਂ। ਸਵਾਲ ਕਰ ਦਿਓ ਵੀ 55,000 ਪਰਿਵਾਰ ਹੈ ਤੇ 5 ਲੱਖ ਨੌਕਰੀ ਹੈ, ਚਲੋ 20-25,000 ਰਿਟਾਇਰ ਹੋ ਜਾਂਦਾ ਹਰ ਸਾਲ ਦੇ ਸਾਲ, ਤੇ 55 ਲੱਖ ਕਿਵੇਂ ਦਿਓਗੇ ਨੌਕਰੀ, ਸਾਨੂੰ ਸਮਝਾ ਦਿਓ। ਜੇ ਤਾਂ ਪ੍ਰਾਈਵੇਟ ਵੀ ਗਿਣ ਲਓ ਤਾਂ ਵੀ ਨਹੀਂ ਬਣਦੀ। ਸੋ ਫੌਜ ਵੀ ਹਿੰਦੁਸਤਾਨ ਦੀ 13 ਲੱਖ ਹੈ ਸਾਰੀ, ਐਡੀ ਵੱਡੀ ਫੌਜ ਹੈ ਹਿੰਦੁਸਤਾਨ ਦੀ, ਦੂਜੀ ਫੌਜ ਹੈ ਦੁਨੀਆ ਦੀ। ਚੀਨ ਦੀ 1 ਨੰਬਰ ਤੇ, ਆਪਣੀ 2 ਨੰਬਰ ਤੇ ਹੈ, ਤੇ 13 ਲੱਖ ਹੀ ਹੈ ਸਾਰੀ ਫੌਜ। ਭੁਲੇਖੇ 'ਚ ਕਿਤੇ ਕੋਈ ਪਤਾ ਨਹੀਂ ਕਿੱਡੀ ਕੁ ਫੌਜ ਹੋਊਗੀ। ਸੋ ਇਸ ਕਰਕੇ ਜਿਹੜੇ ਬੰਦੇ ਝੂਠ ਬੋਲਦੇ ਆ ਜਾਂ ਕੁਛ ਕਰਦੇ ਆ, ਉਹਨਾਂ ਨੂੰ ਆਪਾਂ ਰੋਕਿਆ ਕਰੀਏ ਉੱਥੇ। ਸੋ ਇੱਥੇ ਜਿਵੇਂ ਹੁਣ ਆਪਣਾ ਮਾਲ ਮੰਤਰੀ ਸਾਹਿਬ ਵੱਡੇ ਝੂਠ ਬੋਲ ਕੇ ਮੈਂ ਆਹ ਕਰ ਦੂੰ, ਇੰਨੇ ਜਿਹੜੀ ਮੈਂ ਹੈਰਾਨ ਆ ਵੀ ਇੱਡੇ ਬੰਦਾ ਝੂਠੇ ਬੋਲਦਾ ਕਿਵੇਂ, ਕੋਈ ਸ਼ਰਮ ਹਜਾ ਮੰਨਦਾ ਹੀ ਨਹੀਂ ਝੂਠ ਬੋਲਣ ਲੱਗੇ।
ਸਾਰੀ ਦਿਨ ਝੂਠੀ ਬੋਲੀ ਜਾਂਦਾ। ਹਲਕਾ ਬੜਾ ਖੁਸ਼ਹਾਲ ਕਰਤਾ ਜੀ। ਹੁਣ ਰਾਮਪੁਰੇ ਮੰਡੀ ਵਾਲੇ ਦੱਸ ਦਿਓ ਵੀ ਕਿੰਨੀ ਖੁਸ਼ਹਾਲ ਕਰਤੀ ਤੁਹਾਡੀ ਮੰਡੀ ਰਾਮਪੁਰੇ, ਕਿੰਨੀ ਕੁ ਹੋਈ ਖੁਸ਼ਹਾਲ? ਕਿੱਥੇ ਪੈਸਾ ਲਾਇਆ ਰਾਮਪੁਰੇ ਮੰਡੀ 'ਚ? ਇੱਕ ਪੈਸਾ ਵੀ ਕਿਤੇ ਲਾਇਆ ਹੋਵੇ? ਕੋਈ ਪੈਸਾ ਨਹੀਂ ਲਾਇਆ, ਬਲਕਿ ਮੰਡੀ ਨੂੰ ਉਜਾੜਨ ਵਾਲੇ ਪਾਸੇ ਚੱਲਿਆ ਹੋਇਆ। ਬੜਾ ਜ਼ੋਰ ਲਾਈ ਜਾਂਦਾ ਹੈ ਵੀ ਪੁਲ ਨੂੰ ਛੇਤੀ ਬਣਾਉਣਾ। ਉਹ ਮੈਂ ਬੜਾ ਹੈਰਾਨ ਹਾਂ ਵੀ ਚੀਜ਼ਾਂ ਅਸੀਂ ਲੋਕਾਂ ਵਾਸਤੇ ਬਣਾਉਂਦੇ ਹੁੰਦੇ ਹਾਂ, ਜਿਹੜੀਆਂ ਲੋਕਾਂ ਦੀ ਮੰਗ ਹੋਵੇ, ਲੋਕਾਂ ਨੂੰ ਫਾਇਦਾ ਹੋਵੇ, ਉਹ ਚੀਜ਼ ਬਣਾਈ ਜਾਂਦੀ ਹੁੰਦੀ ਹੈ। ਉਹਦੇ ਤੇ ਸਰਕਾਰ ਦੇ ਪੈਸੇ ਲਾਏ ਜਾਂਦੇ ਹੁੰਦੇ ਆ ਵੀ ਚੱਲ ਲੱਗਦੇ ਤਾਂ ਲੱਗ ਜਾਣ ਦਿਓ, ਜਾਂ ਆਪਾਂ ਤੁਹਾਡੇ ਸੀਵਰੇਜ ਪਾਇਆ, ਸੜਕਾਂ ਬਣਾਈਆਂ, ਲਾਈਟਾਂ ਪਾਈਆਂ, ਪਾਣੀ ਦੀਆਂ ਪਾਈਪਾਂ ਪਾਈਆਂ। 2 ਵਾਰੀਆਂ 'ਚ 100 ਕਰੋੜ ਰੁਪਇਆ ਲੱਗਿਆ, 50-50 ਕਰੋੜ ਰੁਪਇਆ 2 ਵਾਰੀ ਲੱਗਿਆ ਤੁਹਾਡੇ ਮੰਡੀ ਦੇ ਉੱਤੇ। 100 ਕਰੋੜ ਰੁਪਇਆ ਲੱਗਿਆ। ਮੇਰਾ ਚੈਲੰਜ ਹੈ, ਕੋਈ ਗਲਤ ਕਰਦੇ ਸਾਹਬ ਤੇ ਰਿਕਾਰਡ ਆ ਸਾਰਾ ਸਾਡੇ ਕੋਲ, ਥੋੜੀ ਮਿਊਨਿਸਪੈਲਿਟੀ 'ਚ ਰਿਕਾਰਡ ਕਰ ਦੇਖ ਲਓ ਸਾਰਾ। ਤੇ ਉਹ ਚੀਜ਼ਾਂ ਕਰਦੇ ਹੁੰਦੇ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੋਵੇ। ਇਹ ਕਹਿੰਦਾ ਮੈਂ ਓਵਰ ਬ੍ਰਿਜ ਬਣਾਉਣਾ ਹੈ। ਮੰਡੀ ਵਾਲੇ ਕਹਿੰਦੇ ਅਸੀਂ ਬਣਾਉਣਾ ਨਹੀਂ, ਸਾਨੂੰ ਇਹਦੀ ਲੋੜ ਨਹੀਂ, ਇਹਦਾ ਫਾਇਦਾ ਨਹੀਂ, ਤਾਂ ਮੰਡੀ ਤਬਾਹ ਹੋ ਜੂਗੀ, ਮੰਡੀ ਦਾ ਕੱਖ ਨਹੀਂ ਰਹਿਣਾ ਜੇ ਬਣਦਾ। ਉਹ ਕਹਿੰਦਾ ਬਣਾਉਣਾ ਹੈ, ਮੈਂ ਸ਼ਹਿਰ ਵਾਲਿਆਂ ਨੂੰ ਸੁੱਖ ਦੇਣਾ। ਜਿਹਨੂੰ ਸੁੱਖ ਦੇਣਾ ਉਹ ਲੈਂਦੇ ਨਹੀਂ, ਤੂੰ ਮੱਲੋਬਦੀ ਕਿਉਂ ਦੇ ਰਿਹਾ? ਉਹਦਾ ਫਿਰ ਸੋਚਿਆ ਕਰ ਵੀ ਕੀ ਕਾਰਨ ਹੈ। ਜਿਹੜਾ ਬਣਨਾ ਅੰਡਰ ਬ੍ਰਿਜ, ਉਹ ਬਣਨਾ ਸਿਰਫ 6 ਜਾਂ 5 ਕਰੋੜ 'ਚ। 5 ਕਰੋੜ ਦਾ ਸੀ, ਹੁਣ ਮਹਿੰਗਾ ਹੋ ਗਿਆ, ਉਹ 6 ਕਰੋੜ ਦਾ ਹੋ ਗਿਆ। ਜਦੋਂ ਆਪਾਂ ਬਣਾਉਂਦੇ ਸੀ ਉਦੋਂ 5 ਕਰੋੜ ਦਾ ਸੀ, ਹੁਣ 6 ਦਾ ਹੋ ਗਿਆ। ਤੇ ਜਿਹੜਾ ਉੱਪਰਲਾ ਬਣਦਾ ਹੀ ਬਣਦਾ 80 ਕਰੋੜ ਦਾ। ਹੁਣ ਹਿਸਾਬ ਲਾ ਲਓ ਕਿ ਸਰਕਾਰ ਦਾ 80 ਕਰੋੜ ਵੀ ਖਰਾਬ ਕਰ ਰਿਹਾ ਹੈ, ਤੇ ਸ਼ਹਿਰ ਦੇ ਲੋਕ ਖੁਸ਼ ਵੀ ਨਹੀਂ, ਧਰਨਾ ਲਾਈ ਬੈਠੇ ਨੇ ਇਸ ਤੇ ਬਣਾਉਣਾ ਹੀ ਨਹੀਂ, ਸ਼ਹਿਰ ਸਾਡਾ ਬਰਬਾਦ ਹੋ ਜਾਊਗਾ। ਉਹ ਆਂਦਾ ਮੈਂ ਵੱਲੋਂ ਵੱਲੀ ਬਣਾਉਣਾ। ਦੇਖੋ ਸਮਝ ਨਹੀਂ ਬਾਹਰ ਵੀ ਮੰਤਰੀ ਨੂੰ ਪਤਾ ਨਹੀਂ ਕਿਵੇਂ ਲੱਗਦਾ, ਪਤਾ ਵੀ ਉੱਪਰਲਾ ਬਣਨਾ, ਸ਼ਹਿਰ ਦੇ ਲੋਕ ਕੁਛ ਜਿਹੜੇ ਜਿਨ੍ਹਾਂ ਦੀ ਖਾਤਰ ਬਣਨਾ ਉਹ ਕਹਿੰਦੇ ਸੀ ਨਹੀਂ ਕੁਛ। ਸੋ ਇੱਥੋਂ ਹਿਸਾਬ ਲਾ ਲਓ ਵੀ ਕਿਉਂ ਬਣਾਉਂਦਾ ਉੱਪਰਲਾ। ਉਹ ਮੈਂ ਹੁਣ ਨਹੀਂ ਕਹਿੰਦਾ ਇੱਥੇ ਚੰਗਾ ਲੱਗਦਾ, ਮੈਂ ਪੁੱਛ ਲਿਆ ਸੀ ਐਕਸਲ ਸਾਹਿਬ ਨੂੰ ਵੀ ਕਿਉਂ ਇਹ ਗੱਲ ਹੈ, ਫਿਰ ਉਹਨੇ ਮੈਨੂੰ ਦੱਸਤੀ ਸੀ ਸਾਰੀ ਗੱਲ ਵੀ ਕਿਉਂ ਬਣਾਉਂਦਾ। ਸੋ ਇਸ ਕਰਕੇ ਹਰ ਗੱਲ ਉੱਤੀ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਲੋਕਾਂ ਦੇ ਮੁਤਾਬਕ ਚੱਲ ਗਏ। ਮੈਂ ਕਹਿੰਦਾ ਤਾਂ ਕਾਂਗੜ ਜਿੰਨਾ ਮਰਜ਼ੀ ਜ਼ੋਰ ਲਾ ਲਾ, ਤੇਰਾ ਓਵਰ ਬ੍ਰਿਜ ਨਹੀਂ ਬਣਦਾ, ਜਿੰਨਾ ਮਰਜ਼ੀ ਜ਼ੋਰ ਲਾ। ਹੁਣ ਤੈਨੂੰ ਸਾਡਾ ਚੈਲੰਜ ਹੈ, ਜੇ ਤੇਰੀ ਤਾਕਤ ਹੈ ਤੂੰ ਬਣਾ ਕੇ ਖਾ, ਤੇ ਸਾਡੇ ਤਾਕਤ ਹੋਈ ਨਹੀਂ ਬਣ ਦਾਂਗੇ, ਨਾਲੇ ਜ਼ੋਰ ਜਿਹੜਾ ਲੱਗਦਾ ਨਹੀਂ ਬਣੇਗਾ। ਕਿਉਂਕਿ ਗਲਤ ਹੈ, ਜਿਹੜੀ ਚੀਜ਼ ਗਲਤ ਆ ਉਹ ਗਲਤ ਹੈ, ਜਿਹੜੀ ਠੀਕ ਹੈ ਜੀ ਚੰਗੀ ਹੋਵੇ। ਥੋੜੇ ਜਿਹੇ ਥਾਂ ਵੀ ਨਹੀਂ ਬਣਦਾ, ਅੰਡਰ ਬ੍ਰਿਜ ਆਰਾਮ ਨਾਲ ਬਣ ਜਾਣਾ ਸਾਰਾ ਦਾ। ਇਹ ਬਣ ਵੀ 2 ਮਹੀਨਿਆਂ 'ਚ ਜਾਣਾ, ਇਹ ਤਾਂ 2 ਸਾਲ ਨਹੀਂ ਬਣਨਾ, ਜਿਹੜੇ ਹਿਸਾਬ ਨਾਲ ਕੰਮ 2 ਤੋਂ ਵੱਧ ਲੱਗ ਜਾਣੇ। ਸੋ ਇਸ ਕਰਕੇ ਜਿਹੜੀ ਵੀ ਚੀਜ਼ ਕੋਈ ਗਲਤ ਹੈ ਉਹਦੇ ਤੇ ਡਟ ਜਾ ਕਰੋ, ਬਿਲਕੁਲ ਪਰਵਾਹ ਨਾ ਮੰਨਿਆ ਕਰੋ। ਇੱਕ ਇੱਥੇ ਰਾਮਪੁਰੇ ਸ਼ਹਿਰ 'ਚ ਕਬਜ਼ਿਆਂ ਦੀ ਬੜੀ ਗੱਲ ਚੱਲੀ, ਬਠਿੰਡੇ ਵੀ ਚੱਲੀ ਹੈ, ਲੋਕੀ ਬੈਠੇ ਬਠਿੰਡੇ ਹੀ ਬਹੁਤ ਹੈ। ਐਰ ਕੀ ਨਵਾਂ ਕੰਮ ਹੀ ਲੱਭ ਲਿਆ ਇਹਨਾਂ ਨੇ, ਕਬਜ਼ਿਆਂ ਦੇ ਸਰਕਾਰੀ ਜਾਇਦਾਦਾਂ ਤੇ ਵੀ ਕਬਜ਼ੇ ਕਰੀ ਜਾਂਦੇ ਆ, ਲੋਕਾਂ ਦੀਆਂ ਜਾਇਦਾਦਾਂ ਵੀ ਕਬਜ਼ੇ ਹੁੰਦੇ ਹੋਈ ਬੈਠੇ। ਇਹਨਾਂ ਦੀਆਂ ਦੁਕਾਨਾਂ 40-40 ਸਾਲ ਦੀ ਜਗ੍ਹਾ ਦੇ ਵੀ ਉਹਨਾਂ ਦੇ ਵੀ ਕਬਜ਼ੇ ਕਰਦੇ। ਕੋਈ ਗੱਲ ਨਹੀਂ, ਤੁਹਾਨੂੰ ਪੂਰਾ ਵਿਸ਼ਵਾਸ ਦਿਵਾਉਂਦੇ ਆ, ਮਹੀਨੇ 3 ਰਹਿ ਗਏ, ਜਿੰਨੇ ਮਰਜ਼ੀ ਕਬਜ਼ੇ ਕਰ ਲੈਣ, ਉਹ ਸਾਰੇ ਕਬਜ਼ੇ ਇਹਨਾਂ ਨੂੰ ਛੱਡਣੇ ਪੈਣਗੇ। ਕੋਈ ਲਿਓ ਨਾ ਉਹ ਚੀਜ਼ਾਂ, ਰੌਲੇ ਵਾਲੀਆਂ ਚੀਜ਼ਾਂ ਉਹ ਲਿਓ ਨਾ ਕੋਈ, ਫਿਰ ਕੱਲ ਨੂੰ ਆਖੋਗੇ ਜੇ ਅਸੀਂ ਲੈ ਬੈਠੇ ਸਾਨੂੰ ਪਤਾ ਨਹੀਂ ਸੀ। ਬਿਲਕੁਲ ਨਾ ਦਿਓ, ਉਹ ਚੀਜ਼ਾਂ ਇਹਨਾਂ ਨੂੰ ਛੱਡਣੀਆਂ ਪੈਣਗੀਆਂ। ਜੁੱਤੀਆਂ ਮਾਰ ਕੇ ਇਹਨਾਂ ਕਾਗਜ਼ਾਂ ਤੋਂ ਛੁਡਾਵਾਂਗੇ ਸਾਰੀਆਂ। ਜਿੱਥੇ ਵੀ ਇਹਨਾਂ ਨੇ ਨਜਾਇਜ਼ ਕਬਜ਼ਾ ਕੀਤਾ, ਭਾਵੇਂ ਦੁਕਾਨ ਤੇ ਕੀਤਾ, ਭਾਵੇਂ ਸਰਕਾਰੀ ਥਾਂ ਤੇ ਕੀਤਾ, ਭਾਵੇਂ ਪ੍ਰਾਈਵੇਟ ਤੇ ਕੀਤਾ, ਭਾਵੇਂ ਕਿਸੇ ਦੀ ਜਗ੍ਹਾ ਤੇ ਕੀਤਾ, ਉਹ ਛੱਡਣੇ ਪੈਣਗੇ ਸਾਰੇ। ਨਹੀਂ ਰਹਿਣ ਦੇਵਾਂਗੇ, ਇਹਨਾਂ ਤੇ ਪਰਚੇ ਵੀ ਦੇਵਾਂਗੇ, ਇਹਨਾਂ ਨੂੰ ਅੰਦਰ ਵੀ ਦੇਵਾਂਗੇ ਗਲਤ ਕਬਜ਼ੇ ਕਰਨ ਤੇ ਨਾਲ ਇਹਨਾਂ ਤੋਂ ਜਗ੍ਹਾ ਵੀ ਛੁਡਾਵਾਂਗੇ ਜਿਹੜੀਆਂ ਕੀਤੀਆਂ। ਸੋ ਏਡੀ ਵੱਡੀ ਇਹੋ ਜਿਹੇ ਕੰਮਾਂ ਤੇ ਚੱਲ ਪਏ ਸਾਰੇ, ਇਹ ਪੁੱਠੇ ਕੰਮਾਂ ਤੇ ਚੱਲ ਪਏ। ਚਲੋ ਹੋਰ ਤਾਂ ਤੁਸੀਂ ਜਿਹੜਾ ਕੁਝ ਕਰਦੇ ਆ, ਲੁੱਟ ਬਚਾ ਹੀ ਛੱਡੀ ਹੈ, ਕੋਈ ਸੰਗ ਸ਼ਰਮ ਲਾ ਕੇ ਸਾਰਾ ਤੁਸੀਂ ਕੁਝ ਕਰੀ ਜਾਂਦੇ ਆ। ਸੋ ਇਹ ਤਾਂ ਜਗ੍ਹਾਵਾਂ ਤੇ ਵੀ ਕਬਜ਼ੇ ਕਰਨ ਲੱਗ ਗਏ। ਸੋ ਇਸ ਕਰਕੇ ਅੱਜ ਕੋਈ ਚਲੋ ਲੰਮਾ ਨਹੀਂ ਆਪਾਂ ਹੋਰ ਬਹੁਤਾ ਜਾਣਾ। ਅੱਜ ਤਾਂ ਬੇਨਤੀ ਇਹੀ ਸੀ, ਬੜੀ ਚੰਗੀ ਗੱਲ ਆ ਸਰੂਪ ਜੀ ਆਏ ਨੇ, ਕਾਫੀ ਇਹਨਾਂ ਦੇ ਇੱਥੇ ਜਿਹੜੇ ਨਾਲ ਸਿੱਖੀ ਸੇਵਕੀ ਆ ਉਹਨਾਂ ਸਾਰਿਆਂ ਨੂੰ ਅਕਾਲੀ ਦਲ ਦੇ ਵਿੱਚ ਸ਼ਾਮਿਲ ਕਰਨਾ। ਵੈਸੇ ਵੀ ਰਾਮਪੁਰੇ ਤੇ ਬਠਿੰਡੇ